ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਫਰੇ ਸ਼ਹਾਦਤ ਦੇ ਸਫ਼ਰ ਦੇ ਵਿੱਚ ਅਸੀਂ ਪਹੁੰਚੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਜਿਹੜਾ ਕਿ ਆਨੰਦਪੁਰ ਸਾਹਿਬ ਤੋਂ ਆਉਂਦਿਆਂ ਰਸਤੇ ਦੇ ਵਿੱਚ ਹੈ। ਆਨੰਦਪੁਰ ਸਾਹਿਬ ਤੇ ਰੋਪੜ ਦੋਨਾਂ ਦੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਅਤੇ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਸੋ ਆਓ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਂਦੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ। ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਸੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਸਰਸਾ ਨਦੀ ਜਿਹੜਾ ਕਿ ਇੱਕ ਬਰਸਾਤੀ ਨਾਲੇ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਤੇ ਉਸ ਦਾ ਨਾਮ ਸਰਸਾ ਆ, ਉਸ ਦਾ ਇੱਕ ਕੰਢਾ ਆ ਤੇ ਇਹ ਉਹ ਸਥਾਨ ਆ ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਸਾਹਿਬ ਤੋਂ ਕਿਲ੍ਹਾ ਛੱਡਿਆ, ਪਰਿਵਾਰ ਸਮੇਤ ਸਿੰਘਾਂ ਸਮੇਤ ਇਸ ਜਗ੍ਹਾ ਦੇ ਉੱਤੇ ਪਹੁੰਚੇ ਤੇ ਇੱਥੇ ਪਹੁੰਚ ਕੇ ਆਸਾ ਦੀ ਵਾਰ ਦੇ ਪਾਠ ਜਿਹੜੇ ਆ ਉਹ ਸਵੇਰੇ ਚੱਲ ਰਹੇ ਸੀਗੇ ਜਦੋਂ ਮੁਗਲ ਫੌਜਾਂ ਦੇ ਵੱਲੋਂ ਫਿਰ ਹਮਲਾ ਬੋਲ ਦਿੱਤਾ ਗਿਆ ਅਤੇ ਇਸੇ ਹੀ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਆ ਉਹ ਵਿਛੜ ਗਿਆ ਅਤੇ ਇਸ ਜਗ੍ਹਾ ਦੇ ਉੱਤੇ ਇਸ ਵੇਲੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਪਰ ਜੇਕਰ ਅਸੀਂ ਉਸ ਸਮੇਂ ਦੀ ਗੱਲ ਕਰੀਏ ਤਾਂ ਇਹ ਇੱਕ ਜੰਗਲ ਦਾ ਰੂਪ ਸੀਗਾ ਤੇ ਇੱਕ ਉੱਚੀ ਜਗ੍ਹਾ ਸੀਗੀ। ਅੱਜ ਵੀ ਗੁਰਦੁਆਰਾ ਸਾਹਿਬ ਜਿਹੜਾ ਆ ਉੱਚੀ ਜਗ੍ਹਾ ਦੇ ਉੱਤੇ ਸੁਸ਼ੋਭਿਤ ਆ ਤੇ ਇਸੇ ਹੀ ਜਗ੍ਹਾ ਦੇ ਉੱਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਦੇ ਸਮੇਤ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਆ ਉਹ ਕੀਤਾ ਅਤੇ ਫਿਰ ਇੱਥੋਂ ਜਦੋਂ ਮੁਗਲ ਫੌਜਾਂ ਨੇ ਹਮਲਾ ਕੀਤਾ ਤਾਂ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੋਣ ਤੋਂ ਬਾਅਦ ਦੇ ਵਿੱਚ ਫਿਰ ਇਸ ਜਗ੍ਹਾ ਤੋਂ ਅੱਗੇ ਚਾਲੇ ਪਾਏ ਅਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਾ ਇਹ ਸੰਖੇਪ ਇਤਿਹਾਸ ਤੁਹਾਨੂੰ ਜਾਣੂ ਕਰਵਾਇਆ ਤੇ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ। ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ। सूरा सो पहचानिया जो लहरै दीन के हेत, पुरजा पुरजा कट मरै कबहू न छाडै खेत ਦੇ ਮਹਾਂਵਾਕਾਂ ਦੇ ਅਨੁਸਾਰ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਗੜ੍ਹ ਕਿਲੇ ਦੇ ਅੰਦਰ 8 ਮਹੀਨੇ ਦੇ ਘੇਰੇ ਤੋਂ ਬਾਅਦ ਆਨੰਦਗੜ੍ਹ ਕਿਲੇ ਨੂੰ ਛੱਡ ਕਰਕੇ ਪੈਂਡਾ ਦਰ ਪੈਂਡਾ ਤੈਅ ਕਰਦੇ ਹੋਏ ਇਸ ਪਾਵਨ ਸਥਾਨ ਦੇ ਉੱਪਰ ਪਹੁੰਚੇ। ਸੋ ਇਸ ਪਾਵਨ ਸਥਾਨ ਦੇ ਉੱਪਰ ਜੋ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਸਾ ਜੀ ਕੀ ਵਾਰ ਦੇ ਦੀਵਾਨ ਸਜਾਏ ਤੇ ਜਦੋਂ ਹੀ ਆਸਾ ਕੀ ਵਾਰ ਦੇ ਦੀਵਾਨ ਸਜੇ ਹੋਏ ਸਨ ਤਾਂ ਉਦੋਂ ਹੀ ਜਿਹੜੇ ਪਹਾੜੀ ਰਾਜੇ ਔਰ ਮੁਗਲ ਸੈਨਾਵਾਂ ਸੀ ਉਹਨਾਂ ਨੇ ਸਤਿਗੁਰਾਂ ਦੇ ਉੱਪਰ ਆ ਕੇ ਹਮਲਾ ਬੋਲ ਦਿੱਤਾ ਤੇ ਇੱਥੇ ਵੀ ਜੋ ਘਮਸਾਨ ਦਾ ਜੰਗ ਹੋਇਆ, ਗੁਰੂ ਕੇ ਜਿਹੜੇ ਯੋਧੇ ਨੇ ਸੂਰਬੀਰ ਨੇ ਉਹ ਵੀ ਇਸ ਘਮਸਾਨ ਦੇ ਜੰਗ ਦੇ ਅੰਦਰ ਪਹਾੜੀ ਰਾਜਿਆਂ ਦੇ ਨਾਲ ਮੁਗਲ ਸੈਨਾਵਾਂ ਦੇ ਨਾਲ ਜੂਝਣ ਲੱਗ ਜਾਂਦੇ ਨੇ। ਬੜਾ ਹੀ ਘਮਸਾਨ ਦਾ ਜੰਗ ਹੁੰਦਾ ਹੈ ਜਿੱਥੇ ਅਨੇਕਾਂ ਹੀ ਸਿੰਘ ਨੇ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ। ਪਰ ਉਸ ਤੋਂ ਬਾਅਦ ਜਦੋਂ ਆਸਾ ਜੀ ਕੀ ਵਾਰ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ, ਸਤਿਗੁਰੂ ਜੀ ਇਸ ਪਾਵਨ ਅਸਥਾਨ ਤੋਂ ਜੋ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਹੈ ਸਰਸਾ ਨਦੀ ਦੇ ਕਿਨਾਰੇ ਦੇ ਉੱਪਰ, ਇਸ ਪਾਵਨ ਅਸਥਾਨ ਤੋਂ ਸਤਿਗੁਰੂ ਜੀ ਅੱਗੇ ਨੂੰ ਰਵਾਨਾ ਹੁੰਦੇ ਨੇ। ਜਿਉਂ ਹੀ ਅੱਗੇ ਨੂੰ ਰਵਾਨਾ ਹੁੰਦੇ ਨੇ ਤਾਂ ਸਰਸਾ ਨਦੀ ਦੇ ਤੇਜ਼ ਪ੍ਰਵਾਹ ਦੇ ਕਾਰਨ ਸਤਿਗੁਰਾਂ ਦਾ ਜੋ ਪਰਿਵਾਰ ਹੈ ਉਹ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਦੇ ਵੱਲ ਨੂੰ ਰਵਾਨਾ ਹੋ ਜਾਂਦੇ ਨੇ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ
ਔਰ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀਆਂ ਦੇ ਨਾਲ ਇਸ ਪਾਵਨ ਅਸਥਾਨ ਤੋਂ ਨਦੀ ਦੇ ਕਿਨਾਰੇ ਕਿਨਾਰੇ ਚੱਲਦੇ ਹੋਏ ਛੰਨ ਬਾਬਾ ਕੁਮਾ ਮਾਸਕੀ ਜੀਆਂ ਦੇ ਅਸਥਾਨ ਦੇ ਉੱਪਰ ਪਹੁੰਚ ਜਾਂਦੇ ਨੇ। ਔਰ ਕਲਗੀਧਰ ਪਿਤਾ ਜੀ ਔਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਨਾਲ 40 ਸਿੰਘ ਜੋ ਇਸ ਸਰਸਾ ਨਦੀ ਤੋਂ ਪਾਰ ਰੋਪੜ ਵੱਲ ਨੂੰ ਜਾਂਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਨੇ। ਇਸ ਤਰ੍ਹਾਂ ਵੀ ਇਹ ਜਿਹੜਾ ਅਨੋਖਾ ਸਫ਼ਰ ਹੈ ਇਸ ਪਾਵਨ ਅਸਥਾਨ ਤੋਂ ਆਰੰਭ ਹੁੰਦਾ ਹੈ। ਇੱਥੇ ਸਤਿਗੁਰਾਂ ਦੇ ਪਰਿਵਾਰ ਦਾ 3 ਹਿੱਸਿਆਂ ਦੇ ਅੰਦਰ ਵਿਛੋੜਾ ਪੈ ਜਾਂਦਾ ਹੈ। ਸੋ ਬਿਲਕੁਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਿੱਖ ਚੈਨਲ ਦੇ ਰਾਹੀਂ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ, ਅਤੇ ਤੁਹਾਨੂੰ ਦੱਸਦੇ ਹਾਂ ਅਤੇ ਨਾਲ ਦਿਖਾਉਂਦੇ ਵੀ ਹਾਂ ਕਿ ਉਹ ਸਰਸਾ ਜਿਸ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਜਿੱਥੇ ਗੁਰੂ ਮਹਾਰਾਜ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਕਿਉਂਕਿ ਉਸ ਵੇਲੇ ਇਸ ਦੇ ਵਿੱਚ ਹੜ੍ਹ ਆਇਆ ਹੋਇਆ ਸੀਗਾ। ਉਹ ਬਿਲਕੁਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਖੱਬੀ ਬਾਹੀ ਦੇ ਉੱਤੇ ਇਹ ਸਰਸਾ ਜਿਹੜੀ ਆ ਉਹ ਨਜ਼ਰ ਆਉਂਦੀ ਆ। ਅੱਜ ਇਸ ਦਾ ਪਾਣੀ ਜਿਹੜਾ ਹੈ ਉਹ ਸ਼ਾਂਤ ਵਗਦਾ ਹੋਇਆ ਨਜ਼ਰ ਆ ਰਿਹਾ ਆ, ਪਰ ਉਸ ਸਮੇਂ ਜਦੋਂ ਗੁਰੂ ਮਹਾਰਾਜ ਨੇ ਆਪਣੇ ਪਰਿਵਾਰ ਸਮੇਤ ਸਿੰਘਾਂ ਸਮੇਤ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਤਾਂ ਇਸ ਜਗ੍ਹਾ ਦੇ ਉੱਤੇ ਉੱਚੀ ਜਗ੍ਹਾ ਦੇ ਉੱਤੇ ਜਦੋਂ ਪਹੁੰਚੇ ਤਾਂ ਇਸ ਦੇ ਵਿੱਚ ਹੜ੍ਹ ਆਉਣ ਕਰਕੇ ਛੋਟੇ ਸਾਹਿਬਜ਼ਾਦੇ ਮਾਤਾਵਾਂ ਅਤੇ ਹੋਰ ਸਿੰਘ ਜਿਹੜੇ ਸੀਗੇ ਉਹ ਅਲੱਗ-ਅਲੱਗ ਹੋ ਗਏ। ਸੋ ਇੱਥੇ ਪਰਿਵਾਰ ਜਿਹੜਾ ਆ ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਜਿਸ ਜਗ੍ਹਾ ਦੇ ਉੱਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸ਼ੋਭਿਤ ਹੈ, ਇਹ ਇਲਾਕਾ ਜਿਹੜਾ ਆ ਉਸ ਵੇਲੇ ਬੀਆਬਾਨ ਜੰਗਲ ਦੇ ਰੂਪ ਦੇ ਵਿੱਚ ਸੀਗਾ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਜੋ ਧਰਮ ਯੁੱਧ ਹੋਇਆ ਉਸ ਦੇ ਵਿੱਚ ਭਾਈ ਉਦੇ ਸਿੰਘ ਜੀ ਨੇ ਅਨੇਕਾਂ ਸਿੰਘਾਂ ਸਮੇਤ ਸ਼ਹੀਦੀ ਪਾਈ, ਜਿਨ੍ਹਾਂ ਦੀਆਂ ਮੁੱਖ ਨਿਸ਼ਾਨੀਆਂ ਮਿਲ ਚੁੱਕੀਆਂ ਹਨ। ਅਤੇ ਇਸੇ ਹੀ ਘੋਰ ਯੁੱਗ ਦੇ ਵਿੱਚ ਸ਼੍ਰੀ ਦਸ਼ਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਹੀ ਫੌਜਾਂ ਨੂੰ ਰੋਕਣ ਦੇ ਲਈ ਸਾਹਿਬਜ਼ਾਦਾ ਅਜੀਤ ਸਿੰਘ ਅਤੇ 94 ਸਿੰਘਾਂ ਭਾਈ ਉਦੇ ਸਿੰਘ ਅਤੇ ਭਾਈ ਜੀਵਨ ਸਿੰਘ ਜੀ ਨੂੰ ਕਿਹਾ ਅਤੇ ਉਸੇ ਜੰਗ ਦੇ ਮੈਦਾਨ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਕੀਤਾ। ਨਿਤਨੇਮ ਦੇ ਵਿੱਚ ਫਰਕ ਨਾ ਪੈਣ ਦਿੱਤਾ। ਅਨੰਦਪੁਰ ਸਾਹਿਬ ਤੋਂ ਬਾਅਦ ਸਰਸਾ ਨਦੀ ਪਾਰ ਕਰਨ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵਿਛੜ ਗਿਆ। ਸਰਸਾ ਨਦੀ ਦੇ ਵਿੱਚ ਬਹੁਤ ਸਾਰੇ ਸਿੰਘ ਅਤੇ ਧਾਰਮਿਕ ਗ੍ਰੰਥ ਸਰਸਾ ਦੀ ਭੇਂਟ ਚੜ੍ਹ ਗਏ। ਇਹ ਤਸਵੀਰ ਉਸ ਸਮੇਂ ਦਾ ਦ੍ਰਿਸ਼ ਪੇਸ਼ ਕਰਦੀ ਹੈ। ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਹ ਦਾ ਮਹੀਨਾ ਸਿੱਖ ਪੰਥ ਵਿੱਚ ਉਹ ਯਾਦਾਂ ਲੈ ਕੇ ਆਉਂਦਾ ਹੈ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹਨਾਂ ਦੇ ਪਰਿਵਾਰ ਨੇ ਅਤੇ ਉਹਨਾਂ ਦੇ ਮਹਾਨ ਸਾਥੀ ਸਿੰਘਾਂ ਨੇ ਜੋ ਆਪਣੇ ਪਿੰਡੇ 'ਤੇ ਹੰਢਾਇਆ ਹੈ। ਉਹ ਸਾਰੀਆਂ ਯਾਦਾਂ ਨੂੰ, ਉਹਨਾਂ ਪਲਾਂ ਨੂੰ ਅਸੀਂ ਯਾਦ ਕਰਦੇ ਹਾਂ। ਜਿਸ ਪਾਵਨ ਪਵਿੱਤਰ ਅਸਥਾਨ ਦੇ ਆਪ ਸੰਗਤ ਨੇ ਦਰਸ਼ਨ ਕੀਤੇ ਨੇ, ਇਸ ਪਾਵਨ ਪਵਿੱਤਰ ਨਾਮ ਦਾ ਅਸਥਾਨ ਦਾ ਨਾਮ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਵਿਛੋੜਾ ਔਰ ਪਰਿਵਾਰ ਇਹ 2 ਸ਼ਬਦ ਨੇ, ਔਰ
ਕਹਿ ਦੇਣਾ, ਕਹਿ ਕੇ ਲੰਘ ਜਾਣਾ ਬਹੁਤ ਆਸਾਨ ਹੈ, ਲੇਕਿਨ ਵਿਛੋੜੇ ਦੇ ਦਰਦ ਨੂੰ ਸਹਿਣਾ ਬਹੁਤ ਮੁਸ਼ਕਿਲ ਹੈ। ਜੇਕਰ ਕਿਸੇ ਦਾ ਬੱਚਾ ਕੋਈ ਪ੍ਰਦੇਸ਼ ਜਾਵੇ, ਕੋਈ ਪੁੱਤ ਧੀ ਕੋਈ ਪ੍ਰਦੇਸ਼ ਜਾਵੇ, ਕੋਈ ਨਜ਼ਦੀਕੀ ਰਿਸ਼ਤੇਦਾਰ ਪ੍ਰਦੇਸ਼ ਜਾਵੇ, ਚਾਹੇ ਉਹ ਕਮਾਈ ਕਰਨ ਵਾਸਤੇ ਜਾਂਦਾ ਹੈ, 2 4 6 ਮਹੀਨੇ ਵਾਸਤੇ, ਸਾਲ ਵਾਸਤੇ ਜਾਂਦਾ ਹੈ, ਸਾਰੇ ਪਰਿਵਾਰ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਕਿ ਸਾਡੇ ਪਰਿਵਾਰ ਦਾ ਜੀ ਦੇਸ਼ ਛੱਡ ਕੇ ਇੱਥੇ ਪ੍ਰਦੇਸ਼ ਚੱਲਿਆ। ਪਰ ਧੰਨ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਰਿਵਾਰ ਦਾ ਵਿਛੋੜਾ ਗੁਰਦੁਆਰਾ ਪਰਿਵਾਰ ਵਿਛੋੜਾ ਵਾਲੇ ਸਾਹਿਬ ਦੇ ਅਸਥਾਨ ਤੋਂ ਹੁੰਦਾ ਹੈ। ਔਰ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ 'ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਕੀਤਾ ਹੋਇਆ ਕੌਲ, ਆਪਣਾ ਕੀਤਾ ਹੋਇਆ ਬਚਨ, ਜੋ ਭਾਈ ਦਇਆ ਸਿੰਘ ਨਾਲ ਵਾਰਤਾਲਾਪ ਦੇ ਵਿੱਚ ਸਤਿਗੁਰਾਂ ਨੇ ਕੀਤਾ। ਜਦ 5 ਪਿਆਰੇ ਸਾਜੇ ਨੇ, ਉਦੋਂ ਜੋ ਕੌਲ ਸਤਿਗੁਰਾਂ ਕੀਤਾ ਸੀ, ਉਸ ਕੌਲ ਨੂੰ ਸਤਿਗੁਰਾਂ ਨੇ ਇੱਥੇ ਆ ਕੇ ਪੂਰਾ ਕੀਤਾ। ਔਰ ਬਾਕੀ ਦਾ ਜਿਹੜਾ ਕੌਲ ਹੈ ਉਹ ਚਮਕੌਰ ਦੀ ਗੜ੍ਹੀ ਵਿੱਚ ਜਾ ਕੇ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਪੂਰਾ ਕਰਨਗੇ। ਪੋਹ ਦੇ ਮਹੀਨੇ 6-7 ਪੋਹ ਦੀ ਦਰਮਿਆਨੀ ਰਾਤ ਨੂੰ ਦਸ਼ਮੇਸ਼ ਪਿਤਾ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਰਵਾਨਾ ਹੁੰਦੇ ਨੇ, ਆਪਣੇ ਪਰਿਵਾਰ ਦੇ ਸਮੇਤ, ਆਪਣੇ ਪਿਆਰੇ ਸਿੰਘਾਂ ਸਾਥੀਆਂ ਦੇ ਸਮੇਤ ਸਤਿਗੁਰੂ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ। ਤਖਤ ਸ਼੍ਰੀ ਕੇਸਗੜ੍ਹ ਸਾਹਿਬ 'ਤੇ ਆਉਂਦੇ ਨੇ ਔਰ ਪਿਤਾ ਗੁਰੂ ਜੀ ਦੇ ਪਾਵਨ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਸਤਿਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਹੁੰਦਾ, ਇੱਥੇ ਸਤਿਗੁਰੂ ਜੀ ਦਰਸ਼ਨ ਕਰਕੇ, ਔਰ ਇਤਿਹਾਸ 'ਤੇ ਕਹਿੰਦਾ ਹੈ ਕਿ ਸਤਿਗੁਰਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਉਸ ਵਕਤ ਕਰਾਈ ਹੈ। ਔਰ ਇੱਥੋਂ ਦੀ ਸੇਵਾ ਸੰਭਾਲ ਜਿਹੜੀ ਹੈ ਭਾਈ ਗੁਰਬਖਸ਼ ਸਿੰਘ ਉਦਾਸੀ ਨੂੰ ਸੌਂਪ ਕਰਕੇ ਸਤਿਗੁਰੂ ਇਹ ਸ਼ਹੀਦਾਂ ਦਾ ਕਾਫਲਾ ਲੈ ਕੇ ਇੱਥੋਂ ਤੁਰਦੇ ਨੇ। ਔਰ ਇਹ ਕਾਫਲਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਾਲੀ ਥਾਂ 'ਤੇ 7 ਪੋਹ ਦੇ ਅੰਮ੍ਰਿਤ ਵੇਲੇ ਪਹੁੰਚਦਾ ਹੈ। ਔਰ ਇਹ ਅਸਥਾਨ ਸਾਨੂੰ ਇਹ ਸਿੱਖਿਆ ਵੀ ਦਿੰਦਾ, ਜਿੱਥੇ ਆਪਾਂ ਇਤਿਹਾਸ ਤੋਂ ਇਹ ਜਾਣਕਾਰੀ ਹਾਸਲ ਕਰਦੇ ਹਾਂ ਕਿ ਇੱਥੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਹੋਇਆ। ਇੱਥੇ ਸਤਿਗੁਰਾਂ ਦਾ ਪਰਿਵਾਰ 3 ਭਾਗਾਂ ਵਿੱਚ ਵੰਡਿਆ ਜਾਂਦਾ। ਗੁਰੂ ਕੇ ਮਹਿਲ ਸਾਡੇ ਪੂਜਨੀਕ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਸਾਹਿਬ ਜੀ ਹੋਰਾਂ ਦੇ ਨਾਲ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ। ਗੁਰੂ ਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਕੁੰਮੇ ਮਾਸ਼ਕੀ ਦੀ ਸ਼ਾਨ ਵੱਲ ਨੂੰ ਸਰਸਾ ਪਾਰ ਕਰਕੇ ਹੋ ਜਾਂਦੇ ਨੇ। ਔਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਸਮੇਤ 5 ਪਿਆਰੇ ਸਾਹਿਬਾਨ ਦੇ ਸਮੇਤ ਔਰ ਥੋੜ੍ਹੇ ਜਿਹੇ ਸਿੰਘਾਂ ਦੇ ਸਮੇਤ ਸਤਿਗੁਰੂ ਸਾਹਿਬ ਜੀ ਚਮਕੌਰ ਦੀ ਗੜ੍ਹੀ ਵਿੱਚ ਚਲੇ ਜਾਂਦੇ ਨੇ। ਇਸ ਅਸਥਾਨ 'ਤੇ ਸਤਿਗੁਰਾਂ ਦਾ ਪਰਿਵਾਰ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਔਰ ਇਹ ਅਸਥਾਨ ਸਾਨੂੰ ਗੁਰਮੁਖੋ ਇਹ ਸਿੱਖਿਆ ਵੀ ਦਿੰਦਾ ਹੈ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਾਲੀ ਥਾਂ, ਜਿੱਥੇ ਅੱਜ ਕੱਲ੍ਹ ਸਤਿਗੁਰਾਂ ਦੇ ਪਾਵਨ ਸਰੂਪ ਸੁਭਾਇਮਾਨ ਨੇ, ਪ੍ਰਕਾਸ਼ਮਾਨ ਨੇ, ਜਿਸ ਅਸਥਾਨ ਦੇ ਆਪਾਂ ਇੱਥੇ ਆ ਕੇ ਦਰਸ਼ਨ ਕੀਤੇ ਨੇ, ਇੱਥੇ ਉੱਚੀ ਥੇੜੀ ਦੇ ਉੱਤੇ ਸਤਿਗੁਰੂ ਜੀ ਆ ਕੇ ਬਿਰਾਜਮਾਨ ਹੋਏ ਨੇ। ਰਣਨੀਤਿਕ ਤੌਰ 'ਤੇ ਵੀ ਉਹਨਾਂ ਨੇ ਇਸ ਥਾਂ ਨੂੰ ਚੁਣਿਆ ਔਰ ਸਤਿਗੁਰਾਂ ਨੇ ਇਸ ਥਾਂ ਨੂੰ ਭਾਗ ਲਾਏ ਨੇ, ਆਪਣੇ ਮੁਬਾਰਕ ਚਰਨ ਇਸ ਧਰਤੀ 'ਤੇ ਪਾ ਕੇ। ਔਰ ਇਸ ਉੱਚੀ ਥੇੜੀ 'ਤੇ ਬੈਠ ਕੇ ਦੇਖੋ, ਪੋਹ ਦਾ ਮਹੀਨਾ ਅੱਜ ਵੀ ਇੰਨੀ ਜ਼ਿਆਦਾ ਸਰਦੀ ਹੈ ਕਿ ਬਿਲਕੁਲ ਹੱਥ ਬਾਹਰ ਨਹੀਂ ਨਿਕਲਦਾ, ਇੰਨੀ ਜ਼ਿਆਦਾ ਠੰਡ ਹੈ, ਪੈਰ ਬਾਹਰ ਨਹੀਂ ਨਿਕਲਦੇ, ਇੰਨੀ ਠੰਡ ਹੈ। ਔਰ ਕਿਵੇਂ ਸਤਿਗੁਰਾਂ ਨੇ ਉਸ ਵਕਤ ਇਸ ਨੂੰ ਆਪਣੇ ਸਰੀਰ ਦੇ ਉੱਤੇ, ਇਹਨਾਂ ਦੇ ਸਤਿਗੁਰਾਂ ਦੇ ਪਰਿਵਾਰ ਨੇ ਕਿਵੇਂ ਬਰਦਾਸ਼ਤ ਕੀਤਾ ਹੋਏਗਾ। ਪੋਹ ਦੀ ਬਰਫੀਲੀ ਠੰਡ ਔਰ ਉਤੋਂ ਮੀਂਹ ਵੀ ਪੈ ਰਿਹਾ ਹੈ। ਔਰ ਦਸ਼ਮੇਸ਼ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਥੇੜੀ ਦੇ ਉੱਤੇ ਹੇਠਾਂ ਜ਼ਮੀਨ 'ਤੇ ਬੈਠੇ ਨੇ। ਜ਼ਮੀਨ 'ਤੇ ਬੈਠ ਕੇ ਤੇ ਸਤਿਗੁਰਾਂ ਨੇ ਆਪਣਾ ਨਿਤਨੇਮ ਕੀਤਾ ਔਰ ਇੱਥੇ ਆਸਾ ਦੀ ਵਾਰ ਦਾ ਸਤਿਗੁਰਾਂ ਨੇ ਕੀਰਤਨ ਕੀਤਾ। ਔਰ ਇੱਕ ਪਾਸੇ ਜੰਗ ਹੋ ਰਹੀ ਹੈ, 10 ਲੱਖ ਦਾ ਮੁਰਖਈਆ ਗੁਰੂ ਸਾਹਿਬ ਦੇ ਪਿੱਛੇ ਚੜ੍ਹਿਆ ਹੋਇਆ ਔਰ ਮੀਂਹ ਪੈ ਰਿਹਾ, ਠੰਡ ਇੰਨੀ ਜ਼ਿਆਦਾ ਪੈ ਰਹੀ ਹੈ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਆਨੰਦ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਉਸ ਪਰਮਾਤਮਾ ਦੇ ਨਾਲ ਜਿਹੜੀ ਉਹਨਾਂ ਦੀ ਜੋਤ ਸੀ ਰਲੀ ਹੋਈ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸਤਿਗੁਰਾਂ ਨੇ ਵਿਘਨ ਨਹੀਂ ਪੈਣ ਦਿੱਤਾ। ਬੇਸ਼ੱਕ ਇੰਨੀ ਵੱਡੀ ਮੁਸੀਬਤ ਪਿੱਛੇ ਚੜ੍ਹੀ ਆਉਂਦੀ ਹੈ, 10 ਲੱਖ ਦਾ ਮੁਲਖਈਆ ਫੌਜ ਚੜ੍ਹੀ ਆਉਂਦੀ ਹੈ,
ਪਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਅਸਥਾਨ ਤੇ ਬੈਠ ਕੇ ਨਿਤਨੇਮ ਕੀਤਾ ਹੈ, ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ। ਔਰ ਇਸ ਪਾਵਨ ਅਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਹਰ ਸਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਇਸ ਪਾਵਨ ਅਸਥਾਨ ਤੋਂ ਅਰਦਾਸ ਕਰਕੇ ਤੇ ਸ਼ਹੀਦੀ ਸਮਾਗਮਾਂ ਦੀ ਆਰੰਭਤਾ ਕੀਤੀ ਜਾਂਦੀ ਹੈ। ਔਰ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਇਸ ਵਾਰ ਵੀ 21 ਦਸੰਬਰ ਸ਼ਾਮ ਨੂੰ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਵਿਖੇ ਦੀਵਾਨ ਹਾਲ ਵਿਖੇ ਬਹੁਤ ਮਹਾਨ ਗੁਰਮਤਿ ਸਮਾਗਮ ਸਜਾਇਆ ਜਾਣਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਸ ਅਸਥਾਨ ਤੇ ਗੁਰਮਤਿ ਸਮਾਗਮਾਂ ਦੇ ਵਿੱਚ ਆ ਕੇ ਹਾਜ਼ਰੀ ਭਰਦੀ ਹੈ। ਪੰਥ ਦੀਆਂ ਮਹਾਨ ਸ਼ਖਸੀਅਤਾਂ, ਮਹਾਨ ਪ੍ਰਚਾਰਕ, ਮਹਾਨ ਗੁਰੂ ਘਰ ਦੇ ਕੀਰਤਨੀਏ ਆ ਕੇ ਸੰਗਤ ਨੂੰ ਗੁਰਮਤਿ ਵਿਚਾਰਾਂ ਔਰ ਕੀਰਤਨ ਸਰਵਣ ਕਰਵਾ ਕੇ ਨਿਹਾਲ ਕਰਦੇ ਨੇ। ਔਰ ਅੰਮ੍ਰਿਤ ਵੇਲੇ 22 ਦਸੰਬਰ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ 5 ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਇੱਕ ਨਗਰ ਕੀਰਤਨ ਆਰੰਭ ਕੀਤਾ ਜਾਣਾ ਹੈ। ਔਰ ਉਸ ਨਗਰ ਕੀਰਤਨ ਦਾ ਮਾਹੌਲ ਗੁਰਮੁਖ ਐਸਾ ਹੁੰਦਾ ਹੈ ਕਿ ਅਸੀਂ ਐਵੇਂ ਮਹਿਸੂਸ ਕਰ ਸਕਦੇ ਹਾਂ ਕਿ ਵਾਕਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਇਸ ਸ਼ਹਿਰ ਨੂੰ, ਇਸ ਕਿਲ੍ਹੇ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਤੇ ਇਹ ਸ਼ਹੀਦਾਂ ਦਾ ਕਾਫਲਾ ਲੈ ਕੇ ਸਤਿਗੁਰੂ ਜੀ ਇਸ ਅਸਥਾਨ ਤੋਂ ਰਵਾਨਾ ਹੋਣ ਲੱਗੇ ਨੇ। ਹਰ ਇੱਕ ਅੱਖ ਨਮ ਹੁੰਦੀ ਹੈ। ਸੰਗਤਾਂ ਜ਼ਾਰੋ ਜ਼ਾਰ ਰੋ ਰਹੀਆਂ ਹੁੰਦੀਆਂ ਨੇ ਉਹਨਾਂ ਪਲਾਂ ਨੂੰ ਯਾਦ ਕਰਕੇ ਕਿ ਕਿਵੇਂ ਦਸ਼ਮੇਸ਼ ਪਿਤਾ ਨੇ ਇਸ ਹੱਸਦੇ ਵਸਦੇ ਸ਼ਹਿਰ ਨੂੰ, ਜਿਸ ਸ਼ਹਿਰ ਨੂੰ ਸਤਿਗੁਰਾਂ ਦੇ ਪਿਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਮੁੱਲ ਖਰੀਦ ਕੇ ਰਾਜੇ ਦੀਪ ਚੰਦ ਦੀ ਵਿਧਵਾ ਰਾਣੀ ਦੇ ਪਾਸੋਂ ਸਤਿਗੁਰਾਂ ਨੇ 22,000 ਰੁਪਈਆ ਉਸ ਵਕਤ ਦਾ ਦੇ ਕੇ ਤੇ ਇਸ ਸ਼ਹਿਰ ਨੂੰ ਸਤਿਗੁਰਾਂ ਨੇ ਖਰੀਦ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਭਾਈ ਗੁਰਦਿੱਤਾ ਜੀ ਦੇ ਪਾਸੋਂ ਇਸ ਅਸਥਾਨ ਦੀ ਮੋਹਰੀ ਗੜਵਾਈ ਸੀ। ਹੁਣ ਵੀ ਗੁਰਮੁਖੋ ਪਰੰਪਰਾ ਕਾਇਮ ਹੈ। ਪਿਛਲੇ 25 ਸਾਲਾਂ ਤੋਂ ਮਾਨਯੋਗ ਗੁਰਪੁਰਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ, ਕਾਰ ਸੇਵਾ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੀ ਸਹਾਇਤਾ ਦੇ ਨਾਲ, ਸੰਗਤ ਦੀ ਸਹਾਇਤਾ ਦੇ ਨਾਲ ਦਸ਼ਮੇਸ਼ ਪੈਦਲ ਮਾਰਚ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਇੱਥੋਂ ਉਹ ਆਰੰਭ ਕਰਦੇ ਨੇ। ਔਰ ਬਹੁਤ ਵੱਡੀ ਗਿਣਤੀ ਸੰਗਤਾਂ ਇੱਥੇ ਪਹੁੰਚਦੀਆਂ ਨੇ। ਉਸੇ ਤਰ੍ਹਾਂ ਊਠ, ਹਾਥੀ, ਘੋੜੇ, ਟਰਾਲੀਆਂ ਦੇ ਉੱਤੇ ਸੰਗਤ ਬਿਰਾਜਮਾਨ ਹੁੰਦੀ ਹੈ। ਗੁਰੂ ਸਾਹਿਬ ਦੀ ਸਵਾਰੀ ਚੱਲਦੀ ਦੇ ਨਾਲ 5 ਪਿਆਰੇ ਸਾਹਿਬਾਨ ਚੱਲਦੇ ਨੇ। ਔਰ ਉਸੇ ਹੀ ਰਵਾਇਤ ਅਨੁਸਾਰ ਸਤਿਗੁਰੂ ਦੇ ਪਾਵਨ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪੁੱਜਦੇ ਨੇ। ਔਰ ਜਿਵੇਂ ਗੁਰੂ ਸਾਹਿਬ ਦੇ ਨਾਲ ਉਸ ਵਕਤ ਬਾਹਰਲੇ ਸਾਰੇ ਕਿਲਿਆਂ ਤੋਂ ਸਿੰਘਾਂ ਦੇ ਜਥੇ ਗੁਰੂ ਸਾਹਿਬ ਦੇ ਬੁਲਾਵੇ 'ਤੇ ਇੱਥੇ ਪਹੁੰਚੇ ਸਨ, ਕੇਸਗੜ੍ਹ ਸਾਹਿਬ ਆ ਕੇ ਇਕੱਤਰ ਹੋਏ ਸਨ, ਉਸੇ ਤਰ੍ਹਾਂ ਅੱਜ ਵੀ ਉਵੇਂ ਹੀ ਉਹਨਾਂ ਕਿਲਿਆਂ ਦੇ ਉੱਤੋਂ ਸਿੰਘਾਂ ਦੇ ਜਥੇ ਇਕੱਤਰ ਹੋ ਕੇ ਕੇਸਗੜ੍ਹ ਸਾਹਿਬ ਪੁੱਜਦੇ ਨੇ। ਫਿਰ 5 ਪਿਆਰੇ ਸਾਹਿਬਾਨ, ਕਿਉਂਕਿ ਜਦ ਗੁਰੂ ਸਾਹਿਬ ਗਏ ਨੇ ਉਦੋਂ ਗੁਰੂ ਸਾਹਿਬ ਆਪ ਮੱਥਾ ਟੇਕਣ ਵਾਸਤੇ ਗਏ ਨੇ, ਅਰਦਾਸ ਬੇਨਤੀ ਕਰਕੇ ਆਏ ਨੇ ਪਿਤਾ ਗੁਰੂ ਜੀ ਦੇ ਅਸਥਾਨ 'ਤੇ। ਲੇਕਿਨ ਜਦ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ, 5 ਪਿਆਰੇ ਸਾਹਿਬਾਨ ਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸੀਸ ਦੇ ਸੰਸਕਾਰ ਵਾਲੇ ਅਸਥਾਨ 'ਤੇ ਮੱਥਾ ਟੇਕ ਕੇ ਔਰ ਉੱਥੋਂ ਅਰਦਾਸ ਬੇਨਤੀ ਕਰਕੇ ਵਾਪਸ ਤਖ਼ਤ ਸਾਹਿਬ 'ਤੇ ਆਉਂਦੇ ਨੇ। ਔਰ ਤਖ਼ਤ ਸਾਹਿਬ ਤੋਂ ਫਿਰ ਅਰਦਾਸ ਕਰਕੇ ਤੇ ਇਸ ਨਗਰ ਕੀਰਤਨ ਦੀ ਇੱਥੋਂ ਰਵਾਨਗੀ ਕੀਤੀ ਜਾਂਦੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਹੀਦੀ ਹਫ਼ਤੇ ਦੀ ਆਰੰਭਤਾ ਹੋ ਚੁੱਕੀ ਹੈ। ਸਾਰੀਆਂ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਸੀਸ ਝੁਕਾਉਣ ਵਾਸਤੇ ਇਹਨਾਂ ਅਸਥਾਨਾਂ 'ਤੇ ਪੁੱਜ ਕੇ ਦਰਸ਼ਨ ਦਿਦਾਰੇ ਜ਼ਰੂਰ ਕਰੋ ਜੀ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਦਰਸ਼ਨ ਦਿਦਾਰੇ ਕੀਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵਿਛੜ ਗਿਆ ਅਤੇ ਆਪ ਜੀ ਨੇ ਇਸ ਸਥਾਨ ਦੇ ਦਰਸ਼ਨ ਕੀਤੇ। ਦੂਸਰੇ ਐਪੀਸੋਡ ਦੇ ਵਿੱਚ ਸੋ ਸਫਰੇ ਸ਼ਹਾਦਤ ਦਾ ਇਹ ਸਫ਼ਰ ਜਿਹੜਾ ਆ ਉਹ ਅੱਗੇ ਕਿਵੇਂ ਚੱਲਦਾ ਆ, ਅਗਲੀ ਜਗ੍ਹਾ ਦੇ ਉੱਤੇ ਪਹੁੰਚਦੇ ਹਾਂ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਪਹੁੰਚੇ। ਉੱਥੋਂ ਤੁਹਾਨੂੰ ਦਿਖਾਵਾਂਗੇ ਕਿਵੇਂ ਕੁੰਮੇ ਮਾਸ਼ਕੀ ਦੀ ਛੰਭ ਦੇ ਵਿੱਚ ਉਹਨਾਂ ਨੂੰ ਸਮਾਂ ਗੁਜ਼ਾਰਨਾ ਪਿਆ।